ਧੰਨ ਵਾਹਿਗੁਰੂ ਸਾਹਿਬ ਜੀਓ। कबीर मोहे मरने का चाओ है, मरो ता हर के द्वार। मत हर पूछे कौन है, परा हमारे बार। गरीब निवाज सतगुरु गुरु ग्रंथ साहिब सच्चे पातशाह महाराज जी दी पावन पवित्र हजूरी अंदर शामां दे दीवानां दी हाजरी लवांदियां अज दा ये विशेष दीवान छोटे घल्लू घारे दे दिवस दे संबंध अंदर सजाया जा रहा है। इसे संबंध विच पावन पवित्र इलाही बाणी दा कीर्तन भाई कुलविंदर सिंह जी पटियाला वाले रागी जथे पासों सरवण किया है। ये छोटा घल्लू घारा 17 मई 1747 दिवस नूं जिहड़ा ये शहीदां दा दिन जां आपां ये कह सकने आ इत्थे कमसान दा युद्ध होया। ये घल्लू घारा वापरिया क्यों, ਇਹਦਾ ਕਾਰਨ ਕੀ ਸੀ? ਜਦੋਂ ਆਪਾਂ ਇਸ ਕਾਰਨ ਨੂੰ ਪੜਚੋਲਣ ਦਾ ਯਤਨ ਕਰਾਂਗੇ ਥੋੜਾ ਜਿਹਾ ਸਾਨੂੰ ਪਿਛਾਂ ਤੁਰਨਾ ਪਏਗਾ, ਕਿਉਂਕਿ ਕਾਨੂੰ ਵਾਣ ਦੀ ਛੰਭ ਅੰਦਰ ਇਹ ਸਾਕਾ ਵਾਪਰਿਆ। ਇਹ ਕਾਨੂੰ ਵਾਣ ਇੱਕ ਪਿੰਡ ਹੈ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਹੈ। ਇੱਥੇ ਬਹੁਤ ਵੱਡੀ ਇੱਕ ਝੀਲ ਸੀ ਤੇ ਉਸ ਝੀਲ ਵਿੱਚੋਂ ਕਾਫੀ ਚਸ਼ਮੇ ਨਿਕਲਦੇ ਨੇ ਤੇ ਨਾਲ ਇੱਕ ਬਹੁਤ ਸੰਘਣਾ ਜੰਗਲ ਹੈ। ਅਕਸਰ ਜਦੋਂ ਭੀੜਾ ਪੈਂਦੀ ਸੀ ਤੇ ਸਿੰਘ ਆ ਕੇ ਇਸ ਥਾਂ ਦੇ ਉੱਤੇ ਇਕੱਤਰ ਹੁੰਦੇ ਸਨ, ਇਕੱਠੇ ਹੁੰਦੇ ਨੇ। ਇਹ 17 ਮਈ ਨੂੰ ਇੱਥੇ ਘੱਲੂ ਘਾਰਾ ਵਾਪਰਦਾ। ਦੋ ਘੱਲੂ ਘਾਰੇ ਨੇ, ਇੱਕ ਛੋਟਾ ਘੱਲੂ ਘਾਰਾ ਤੇ ਇੱਕ ਵੱਡਾ ਘੱਲੂ ਘਾਰਾ। ਜਦੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੁੰਦੀ ਹੈ ਇਸ ਲਾਹੌਰ ਅੰਦਰ 1 ਜੁਲਾਈ 1745 ਈਸਵੀ ਨੂੰ, ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ ਤੇ ਇਸ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਲਾਹੌਰ ਦਾ ਗਵਰਨਰ ਬਣਦਾ ਹੈ। ਇਹਦਾ ਦੀਵਾਨ ਲਖਪਤ ਰਾਏ ਬਣਦਾ ਹੈ ਤੇ ਇਸ ਲਖਪਤ ਰਾਏ ਨੇ ਯਹੀਆ ਖਾਨ ਨੂੰ ਇੱਕ ਦਿਨ ਗੱਲ ਕਹੀ ਸੀ, ਸਰਦਾਰ ਜੀ, ਸਰਦਾਰ ਸ਼ਬੇਗ ਸਿੰਘ ਜੋ ਸਾਡੇ ਨਾਲ ਬਹਿੰਦਾ ਖਲੋਂਦਾ ਹੈ, ਵਿਚਰਦਾ ਹੈ, ਇਹ ਸਿੰਘ ਹੈ, ਸਰਦਾਰ ਹੈ ਤੇ ਤੁਹਾਡੇ ਪਿਤਾ ਨੇ ਭਾਈ ਤਾਰੂ ਸਿੰਘ ਨੂੰ ਇਸ ਲਾਹੌਰ ਦੇ ਅੰਦਰ ਮਾਰਿਆ ਤੇ ਖਤਮ ਕੀਤਾ ਹੈ। ਸਾਨੂੰ ਇਸ ਸ਼ਬੇਗ ਸਿੰਘ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹਦੇ ਤੇ ਸਾਨੂੰ ਯਕੀਨ ਭਰੋਸਾ ਨਹੀਂ ਕਰਨਾ ਚਾਹੀਦਾ। ਇਹਦੇ ਅੰਦਰ ਕਦੇ ਵੀ ਬਦਲੇ ਦੀ ਭਾਵਨਾ ਆ ਸਕਦੀ ਹੈ। ਕਿਉਂ ਨਾ ਹੋਵੇ, ਇਹਨਾਂ ਨੂੰ ਆਪਣੇ ਧਰਮ ਦੇ ਅੰਦਰ ਲਿਆਂਦਾ ਜਾਏ, ਮੁਸਲਮਾਨ ਬਣਾਇਆ ਜਾਏ। ਇਹ ਗੱਲ ਇਸ ਯਹੀਆ ਖਾਨ ਦੇ ਅੰਦਰ ਘਰ ਕਰ ਗਈ। ਉਹਨੇ ਸਰਦਾਰ ਸ਼ਬੇਗ ਸਿੰਘ ਦੇ ਅੱਗੇ ਇਹ ਸਵਾਲ ਰੱਖਿਆ, ਤੁਸੀਂ ਸਿੱਖੀ ਨੂੰ ਛੱਡ ਕੇ ਸਾਡੇ ਧਰਮ ਵਿੱਚ ਆ ਜਾਓ, ਮੁਸਲਮਾਨ ਬਣ ਜਾਓ। ਜਿਨ੍ਹਾਂ ਨੂੰ ਸਿੱਖੀ ਦੇ ਨਾਲ ਪਿਆਰ ਹੈ ਤੇ ਭਾਈ ਸ਼ਬੇਗ ਸਿੰਘ ਨੇ ਕਿਹਾ ਸੀ, ਨਹੀਂ, ਇਹ ਨਹੀਂ ਹੋ ਸਕਦਾ।
ਇਹ ਤੇ ਤੁਸੀਂ ਭਲੀ ਭਾਂਤ ਜਾਣਦੇ ਹੋ। ਸਾਡੇ ਸੂਰਮੇ ਸਿੱਖ ਭਾਈ ਤਾਰੂ ਸਿੰਘ ਨੇ ਆਪਣਾ ਖੋਪੜ ਲਵਾ ਦਿੱਤਾ ਸੀ, ਪਰ ਸਿੱਖੀ ਨਹੀਂ ਤਿਆਗੀ, ਨਹੀਂ ਛੱਡੀ। ਅਸੀਂ ਆਪਣੇ ਧਰਮ ਦੇ ਅੰਦਰ ਨਿਪੁੰਨ, ਅਸੀਂ ਆਪਣੇ ਧਰਮ ਨੂੰ ਨਹੀਂ ਛੱਡਾਂਗੇ। ਮੁਸਲਮਾਨ ਅਸੀਂ ਕਿਉਂ ਬਣੀਏ? ਹੁਣ ਜਦੋਂ ਭਾਈ ਸ਼ਬੇਗ ਸਿੰਘ ਇਸ ਗੱਲ ਉੱਤੇ ਅੜਿਆ ਕਿ ਮੈਂ ਸਿੱਖ ਧਰਮ ਦੇ ਅੰਦਰ ਪ੍ਰਪਾਕਾਂ ਨਹੀਂ ਛੱਡਾਂਗਾ, ਯਹੀਆ ਖਾਨ ਦੇ ਕੰਨ ਭਰੇ ਗਏ। ਇਹਨੂੰ ਕਤਲ ਕੀਤਾ ਜਾਏ ਜਾਂ ਇਹਨੂੰ ਕੋਈ ਸਜ਼ਾ ਦਿੱਤੀ ਜਾਏ, ਡਰ ਕੇ ਆਪਣੇ ਧਰਮ ਨੂੰ ਇਹ ਛੱਡਣ ਲਈ ਤਿਆਰ ਹੋ ਜਾਏ। ਕਾਜ਼ੀਆਂ ਨੇ ਉੱਥੇ ਫਤਵਾ ਸੁਣਾਇਆ, ਚਰਖੜੀ ਤੇ ਚਾੜ ਕੇ ਇਹਨਾਂ ਨੂੰ ਮਾਰ ਦਿੱਤਾ ਜਾਏ। ਅਸੀਂ ਸ਼ਹੀਦ ਕਹਿੰਦੇ ਆ, ਉਹ ਕਤਲ ਕਰਦੇ ਨੇ, ਮਾਰਦੇ ਨੇ। ਹੁਣ ਲਾਹੌਰ ਦੀ ਪੰਚਾਇਤ ਇਕੱਠੀ ਹੋਈ, ਉਹਨਾਂ ਨੇ ਇੱਕ ਚਿੱਠੀ ਲਿਖੀ ਤੇ ਸਰਦਾਰ ਸ਼ਬੇਗ ਸਿੰਘ ਦੇ ਪੁੱਤਰ ਸ਼ਾਹਬਾਜ਼ ਸਿੰਘ ਦੇ ਹੱਥ ਭੇਜੀ ਉਹ ਚਿੱਠੀ, ਜਿਹਦੇ ਉੱਤੇ ਅੱਖਰ ਇਹ ਲਿਖੇ ਸਨ, ਯਹੀਆ ਖਾਨ ਬਾਦਸ਼ਾਹ, ਇਹ ਸਰਦਾਰ ਸ਼ਬੇਗ ਸਿੰਘ ਦਾ ਕਸੂਰ ਕੋਈ ਨਹੀਂ। ਕਿਉਂ ਇਹਨੂੰ ਤੁਸੀਂ ਚਰਖੜੀਏ ਤੇ ਚਾੜ ਕੇ ਮਾਰਨਾ ਚਾਹੁੰਦੇ ਹੋ? ਆਖਰ ਇਹਦਾ ਦੋਸ਼ ਕੀ? ਇਹਨੂੰ ਕਿਉਂ ਇਹ ਸਜ਼ਾ ਤੁਸੀਂ ਦੇਣਾ ਚਾਹੁੰਦੇ ਹੋ? ਇਹ ਬੇਕਸੂਰ ਹੈ, ਇਹਨਾਂ ਨੂੰ ਛੱਡ ਦਿੱਤਾ ਜਾਏ। ਹੁਣ ਪੁੱਤਰ ਆਇਆ ਚਿੱਠੀ ਲੈ ਕੇ ਆਪਣੇ ਪਿਤਾ ਨੂੰ ਛਡਾਉਣ ਦੇ ਲਈ। ਇਹਨਾਂ ਨੇ ਸਰਦਾਰ ਸ਼ਬੇਗ ਸਿੰਘ ਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਪਕੜਿਆ। ਪਿਓ ਪੁੱਤ ਇਕੱਠੇ ਚਰਖੜੀ ਤੇ ਚਾੜ ਕੇ ਤੁੰਬਾ ਉਹਨਾਂ ਦੇ ਸਰੀਰ ਨੂੰ ਰੂੰ ਦੇ ਵਾਂਗੂ ਪਿੰਜ ਕੇ ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਦਾ ਕਤਲ ਕਰ ਦਿੱਤਾ। ਜਦੋਂ ਸਿੱਖ ਸਰਦਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ, ਉਹਨਾਂ ਨੇ ਇਸ ਲਾਹੌਰ ਦੇ ਅੰਦਰ ਕਾਜ਼ੀਆਂ ਨੂੰ ਸੋਧਿਆ, ਜਿਨ੍ਹਾਂ ਨੇ ਇਹ ਫਤਵਾ ਸੁਣਾਇਆ। ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਇਸ ਗੱਲ ਦਾ ਲਖਪਤ ਰਾਏ ਨੇ ਆਪਣੇ ਅੰਦਰ ਬਹੁਤ ਬੁਰਾ ਬਣਾਇਆ। ਉਹਨੇ ਸਿੱਖਾਂ ਨੂੰ ਚੁਣ ਕੇ ਮਾਰਨਾ ਸ਼ੁਰੂ ਕੀਤਾ। ਜਿੱਥੇ ਸਿੱਖ ਦੀ ਦਸ ਪੈਣੀ, ਨਗਰ ਵਿੱਚ ਪੈਣੀ, ਉਹਨੇ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ। ਸਿੱਖ ਆਪਣੇ ਆਪ ਨੂੰ ਇਹਦੇ ਤੋਂ ਬਚਾਉਣ ਲੱਗੇ। ਮੀਰ ਮੰਨੂ ਦਾ ਇੱਕ ਦੀਵਾਨ ਸੀ ਕੌੜਾ ਮਲ, ਜਿਹਨੂੰ ਇਤਿਹਾਸ ਨੇ ਮਿੱਠਾ ਮਲ ਕਰਕੇ ਲਿਖਿਆ। ਉਹਨੇ ਵਿੱਚ ਪੈ ਕੇ ਇਸ ਗੱਲ ਨੂੰ ਠੱਪਿਆ ਤੇ ਕੁਝ ਸਮਾਂ ਇਸ ਲਖਪਤ ਰਾਏ ਤੋਂ ਸਿੱਖਾਂ ਨੂੰ ਰਾਹਤ ਮਿਲੀ। ਇੰਨੇ ਸਮੇਂ ਨੂੰ ਅਹਿਮਦ ਸ਼ਾਹ ਅਬਦਾਲੀ ਤੇ ਮੀਰ ਮੰਨੂ ਦਾ ਆਪਸ ਦੇ ਅੰਦਰ ਜੰਗ ਛਿੜਦਾ, ਯੁੱਧ ਹੋਣਾ ਸ਼ੁਰੂ ਹੁੰਦਾ ਹੈ। ਇਹ ਸਾਰੇ ਖਾਨ ਮੁਸਲਮਾਨ, ਇਹ ਸਾਰੇ ਪਠਾਨ ਉਸ ਜੰਗ ਯੁੱਧ ਦੇ ਅੰਦਰ ਬੀਜੀ ਹੋ ਜਾਂਦੇ ਆ ਤੇ ਸਿੱਖਾਂ ਨੂੰ ਰਾਹਤ ਮਿਲਦੀ ਏ ਤੇ ਉਹਨਾਂ ਨੂੰ ਚੁਣ ਕੇ ਸਜ਼ਾਵਾਂ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਦੀ ਦਸ ਪਾਈ ਤੇ ਲਖਪਤ ਰਾਏ ਦੇ ਹੱਥੋਂ ਸਿੱਖਾਂ ਦੀ ਮੌਤ ਹੋਈ। ਸਿੱਖਾਂ ਨੇ ਸਜ਼ਾਵਾਂ ਦਿੱਤੀਆਂ ਉਹਨਾਂ ਨੂੰ। ਫਿਰ ਇੱਕ ਸਮਾਂ ਆਇਆ ਵਿਸਾਖੀ ਦਾ, ਜਿੱਥੇ ਅੱਜ ਰੋੜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ। ਪਾਕਿਸਤਾਨ ਅਹਿਮਦਾਬਾਦ ਦੀ ਇਹ ਪਾਵਨ ਪਵਿੱਤਰ ਧਰਤੀ ਤੇ ਇਹ ਰੋੜੀ ਸਾਹਿਬ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਕੋਲ ਜਾਂਦੇ ਆ। ਉੱਥੇ ਤਿੰਨ ਅਸਥਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ। ਇੱਕ ਭਾਈ ਲਾਲੋ ਦਾ ਖੂਹ, ਇਹਦੇ ਘਰ ਦੇ ਵਿਹੜੇ ਵਿੱਚ, ਤੇ ਗੁਰੂ ਨਾਨਕ ਸਾਹਿਬ ਨੇ ਇਸ ਖੂਹ ਵਿੱਚੋਂ ਪਾਣੀ ਕੱਢਿਆ, ਆਪ ਛਕਿਆ, ਲੋਕਾਂ ਨੂੰ ਇਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਵਰਤਣ ਦੇ ਲਈ ਕਿਹਾ। ਇੱਕ ਚੱਕੀ ਸਾਹਿਬ, ਜਿੱਥੇ ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਚੱਕੀ ਰੱਖੀ, ਇਸ ਅਹਿਮਦਾਬਾਦ ਦੇ ਲੋਕਾਂ ਨੂੰ ਜੇਲ੍ਹ ਵਿੱਚ ਪਾਇਆ, ਚੱਕੀਆਂ ਰੱਖੀਆਂ, ਤੁਸੀਂ ਦਾਣੇ ਪੀਵੋ। ਗੁਰੂ ਨਾਨਕ ਸਾਹਿਬ ਦੇ ਅੱਗੇ ਚੱਕੀ ਆਪਣੇ ਆਪ ਘੁੰਮਦੀ ਰਹੀ ਤੇ ਬਾਬਰ ਚਰਨਾਂ ਅੰਦਰ ਆ ਕੇ ਝੁਕਿਆ। ਉਹ ਅਸਥਾਨ ਹੈ ਉੱਥੇ ਚੱਕੀ ਸਾਹਿਬ। ਇਹ ਰੋੜੀ ਸਾਹਿਬ ਉਹ ਅਸਥਾਨ ਇਸ ਸ਼ਹਿਰ ਤੋਂ ਬਾਹਰ, ਜਿੱਥੇ ਗੁਰੂ ਨਾਨਕ ਸਾਹਿਬ ਆਰਾਮ ਕਰਦੇ ਸਨ, ਇਸ ਭਾਈ ਲਾਲੋ ਦੇ ਘਰ ਤੋਂ ਬਾਹਰ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਰੁਕਣਾ। ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਗ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਇਸ ਰੋੜੀ ਸਾਹਿਬ ਅਸਥਾਨ ਤੇ
सारे सिख इकत्र होए, इकट्ठे होए। विसाखी का सवेरे दिन मनाया जाना है। रात सिखा ने तैयारी करनी शुरू की। इस लखपत राय का भरा जसपत राय अपने नाल कुछ सिपाही लैके उस स्थान ते पहुंचदा है। उन्हें जाके क्या सिखो, तुसी इथों चले जाओ, तुहानू कोई अधिकार नहीं, तुसी अपना इथे कोई दिन मनाओ, तुसी जाओ, तुहानू इथे रहन नहीं दिता जाएगा। उन्होंने निम्रता दे नाल कहा सी, जसपत राय असी केवल अपना ये विसाखी का दिन मनाउण आए हैं, कल दिन मना के असी चले जाना है। ना इथे असी कोई हमला करन आए हैं, ना कब्जा करन आए हैं, ते ना असी कुछ लुटन आए हैं। असी शांति नाल अपना दिन मनाना चाहुंदे हैं। केवल एक रात की गल है, कल शाम तक असी इस थान नूं खाली करके चले जावांगे। वो कहंदा नहीं, साडा हुक्म ये वे तुसी हुणे जाओ। आपस दे अंदर गलबात करदियां गलबात गरमाई विच आ गई। लख जसपत राय ने माड़े बोल अपनी जबान तो बोलने शुरू कर दिते। जदों ये चुप ना करे, रोस विच आए, भी रस दे अंदर भरे हुए सिख ने म्यान विचों तलवार नूं खिंचिया। इस जसपत राय दा सिर धड़ दे नालों लहदा कर दिता। शरीर दे टुकड़े हुए, सिर लहदा ते धड़ लहदा। इहदे सिपाहियां ने इस जसपत राय दे सिर नूं ते धड़ नूं चुकिया। लखपत राय दे कोल ओ जा पहुंचे। उन्हें अपने भरा दी लाश वेखी, धड़ लहदा ते सिर लहदा। अंदर एक रोस ते गुस्सा भरिया। कहंदा सिख धर्म नूं गुरु नानक खतरी ने शुरू किया। मैं खतरी इस सिख धर्म का नाश करांगा, खत्म करांगा। इस यहिया खान दे कोल गया। इन्हें अपने सिर तो पग ला के पैरों के अंदर रखी ते प्रण ये किया, जिन्ना चिर मैं सिखां दा ना निशान नहीं मिटा लेंदा, ना अन्न मूँह विच पावांगा ते ना इस पग नूं अपने सिर ते बन्नांगा। ये पग मेरे सिर ते उदों आएगी जदों ये सुनेगा कि धरती दे उत्ते सिख नां दा कोई इंसान नहीं रहा। इन्हें फिर ऐलान कर दिता, सिखां दे सिरां दे मुल पाए गए। जेड़ा सिख दी 10 पाए ओनू 10 रुपये इनाम, जेड़ा सिख दा सिर वढ़ के लियाए ओनू 50 रुपये इनाम। ते पंथ प्रकाश दे बोल ये कहंदे आ, दसन वाले 10 रुपये, मारन वाले 50। ये लालच तुरकन दिओ, तब सिंह भयो नाश। जदों ये लालच दिता गया, भारी गिनती दे अंदर उदों सिखां दा नुकसान होना शुरू होया। इन्हें क्या कोई गुड़ शब्द ना कवे, गुड़ दे विचों गुरु दा झलकारा पैंदा है। मैं ना इन्हां दा गुरु रहन देने ते गुड़ शब्द। उदों फिर इस शब्द नूं बदल के रोड़ी शब्द शुरू होया। इस गुड़ दा नाम ये कहंदा कोई गुड़ ना कवे गुड़ नूं, उस गुड़ नूं रोड़ी कहो। गुड़ दे विचों भी गुड़ दा भुलेखा पैंदा, झलकारा पैंदा। हुण इन्हें घरां विचों जिथे जिथे 10 पैणी सिख बैठे ने, सिखां दा घर है, उत्थे जा जा के इन्हें सिखां नूं मारना शुरू किया, कतल करना शुरू किया। पठानियां दी रसना ते एक बोल सन, इस लखपत राय दे अगे मुट्ठी पर आटे दे अंदर लून दी न्याई। हुण सिख टिकणगे नहीं, इस सिखां दा नाम निशान खत्म करके ही सा लेगा। उस वक्त कानूवान दी छंभ विच सिख एकत्र हुए, सारे इकट्ठे हुए। इस लखपत राय ने नाल लेके सेना 4 छपेरे सिखां नूं उत्थे घेरा पाया। घमसान दा उत्थे युद्ध होया, जंग होया। जदों इस फौज ने आके घेरे दी नाकाबंदी की, पता लगा सिखां नूं ते अंदर एक जोश ये आया, जे लखपत
ਨਿਉਂਦਰਾ ਲੈ ਕੇ ਆਇਆ ਤੇ ਇਹਨੂੰ ਭਾਜੀ ਦੇ ਕੇ ਇਥੋਂ ਤੋਰਿਆ ਜਾਏ। ਤੇ ਅੰਦਰ ਇੱਕ ਜੋਸ਼ ਆਇਆ, ਗगन ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, खेत जो मांडियो सुरमा, अब जुजन को दाओ, सूरा सो पहचानिए जो लड़े दीन के हेत, पुरजा पुरजा कट मरे कबू न छाड़े खेत। सिख कहंदे जे आया ते एदा हुण मुकाबला कीता जाए। सारा दिन उथे जंग होया, युद्ध होया, लखपत राय दी फौज दे सिपाही मरे, भारी गिनती दे अंदर उथे साडे सिखां दे इन्हां शरीरां दे उत्ते फट आए, क्योंकि इन्हां कोल असला नहीं, बरूद नहीं। अचन अचेत आके घेरा पैंदा है। जिन्ने को हत्थां दे अंदर तलवारां रूपी हथियार ने, उन्हां हथियारां नाल सिखां ने लड़ना शुरू किया। सारा दिन उत्थे युद्ध होया। जदों रात दा हनेरा पैना शुरू होया, लखपत राय अपनी सेना फौज नूं लैके थोड़ा जिहा पिछा हटिया। कहंदा दिन दा चढ़ा दा समा उडीक करो, जदों दिन चढ़े ते इन्हां ते हमला फिर कीता जाए। हुण सिखां दे शरीरां दे उत्ते काफी शस्त्रां दे वारां दे नाल फट लगे, खून सिमिया ते जिन्हां विचों भाई सुखा सिंह ओदे पट दे उत्ते बड़ा भारी एक जख्म होया। हुण जदों ये सिख बैठे ने, आपस दे अंदर सलाह ये कीती गई, जे ते दिन दी उडीक कीती, साडे शरीर दे खून ने ठंडे हो जाने ते जेड़े शरीर दे उत्ते फट ने, इन्हां फटां करके साडे तो लड़ना औखा होएगा। इहदे नालों चंगा एवे इस गर्म खून दे गर्म रहण विच ही आपां इस थां नूं छड्ड के किते होर चले जाने हैं। रातों रात सिख उथों निकले, इस लखपत राय दी फौज नूं चीरदे होए, जिहड़ा इथे कानूवान छंब दा भारी संघना जंगल, उस जंगल दे अंदर सिख प्रवेश होए। इन्हां घेरा पाया उस जंगल नूं चार छपेरे। जंगल दे अंदर प्रवेश करके सिख नूं पकड़िया जाए, किसी दी हिम्मत नहीं पैंदी अंदर प्रवेश कीता जाए। कुछ समा ये उडीकदे आ, इन्हां उस जंगल नूं अग लाए। हुण उस अग दे अंदर अपने आप नूं साड़ लेना, इहदे नालों चंगा एवे इस जंगल नूं छड्ड के बाहर इन्हां दा मुकाबला कीता जाए। पंथ प्रकाश दे करता ने उत्थे 4 सतरां लिखियां। वो कहंदे घर ते कड्डे सिख बन लुकै, बन तज नीर लुकाहे, जल में लुके ना बचे, कहो सिंह कत जाए। घरां विचों कड्डे गए, जंगलां विच सिखां प्रवेश कीता, जंगलां नूं अग लाई गई, पानी दे अंदर टुबियां लाइनां, उन्हां पानी दे अंदर शस्त्रां दे वार कीते, ना जंगलां विच टिका ना पानी दे अंदर टिका। उस जंगल तो बाहर निकलदे आ ये सारे सिख सूरमे इस लखपत राय दी फौज दा मुकाबला करते हुए, इहदी फौज नूं चीरदे हुए रामा रंधावा इस नगर विच सारे सिख सूरमे पहुंचे। ते इस रंधावे ने काफी गिनती दे अंदर इनाम हासिल करन लई सिखां दी 10 पा के इस लखपत राय दी सेना दे हथों सिखां नूं मरवाया। सिखां ने इस रंधावे नूं उत्थे सोधा लाया। ਇਹਦੇ ਪੁੱਤਰ ਇਹਦੇ ਪੋਤਰੇ ਆਪਣੇ ਇਸ ਦਾਦਾ ਪਿਤਾ ਦੀ ਮੌਤ ਦਾ ਬਦਲਾ ਲੈਣ ਦੇ ਲਈ ਹੱਥ ਵਿੱਚ ਲੈ ਕੇ ਸ਼ਸਤਰ ਸਿੱਖਾਂ ਦੇ ਪਿੱਛੇ ਲੱਗ ਗਏ। ਸਿੱਖ ਇਹ ਤੋਂ ਅਗਾਂਹ ਤੁਰੇ, ਮਾਲਵੇ ਇਲਾਕੇ ਵੱਲ ਹਰ ਗੋਬਿੰਦਪੁਰਾ ਬਿਆਸਾ ਦਰਿਆ ਨੂੰ ਪਾਰ ਕੀਤਾ ਗਿਆ। ਇਸ ਦਰਿਆ ਨੂੰ ਪਾਰ ਕਰਕੇ ਅੱਤ ਦੀ ਗਰਮੀ ਰੇਤ ਦੇ ਉੱਤੇ ਜਦੋਂ ਤੁਰਦੇ ਆ, पैरां दे अंदर जोड़ा कोई नहीं, ते उस पैरां दे नाल जेड़ी गर्म रेत जदों छूंदी है वो पैरां नूं साड़दी है ते तुरना औखा होया। सिखां ने अपने सिरां तो दस्तारां खोलियां, कुछ उस दस्तारां दे टुकड़े कीते गए ते अपने पैरां ते बन के उस रेत दे विचों अपने आप नूं बचांदे होए अगां अगां सिख तुरदे गए। अगां एक नगर आया दुआबे विच।
उस नगर के अंदर राशन पानी कच्चा इकट्ठा किया गया, क्योंकि 2 दिन हो गए ना शरीर का आराम ना पेट के अंदर कुछ पाया गया। जिन्हां दे अंदर कोई जज्बा हुंदा है ना, बाबा कबीर साहब ने बाणी अंदर एक शब्द उच्चारण किया, करवत भला ना कर वट तेरी। हे परमात्मा, शरीर दे उत्ते आरा चल जाए असी बर्दाश्त कर लवांगे, आरे दा इन्ना दुख नहीं। जदों तुहाडे वल्लों तुसी साडे वल्लों अपनी पिठ कर दो जिहड़ा दुख उदों लगदा है। मुख साडे वल करो, अपनी पिठ दे के सानू मारो ना। करवत भला ना कर वट तेरी, ला गले सुन बेनती मेरी। हूं बारी मुख फेर प्यारे, करवट दे मोको काहे को मारे। जो तन चीरै अंग ना मोरो, पिंड परै तो प्रीत ना तोरो। साडा शरीर बेशक चीरिया जाए, असी अपने अंदर दी प्रीत प्यार तुहाडे नाल तोड़ तक निभावांगे। जे इस प्रीत ते प्यार नूं वेखणे, साडे शरीर नूं चीर के वेख लो, असी तुहाडे वल्लों कदे मुख मोड़ांगे। क्योंकि जिन्ना अंदर जज्बा है, बाबा कबीर साहब जी कहने पहला मरण कबूल जीवन की छड़ आस, हो सबन की रेणुका तो आओ हमारे पास। उथे पंथ प्रकाश ज्ञानी ज्ञान सिंह उथे कुछ शब्द लिखते ने। वो कहने सिखा कोल ना खान दे लई दाना रहा, ना अन्न रहा, ना कोल शस्त्र रहे। जड़ियां तलवारां वो खुंडियां हो गईयां, बरूद मुक गया, असला कोल कोई नहीं। पर अंदर एक हौसला ते जज्बा एवे, सतगुरु तेरे घर दी सिੱਖੀ ਨੂੰ असां ने धारण कीता है, तेरे घर दी सिੱਖੀ ਨੂੰ ਅਸੀਂ ਛੱਡਾਂਗੇ। ਭਾਵਾਂ अंदर दी भुख है, पर अंदर दा जज्बा उन्हां ਨੂੰ ਅੱਜ भी डोलन नहीं देता। उस जज्बे करके अंदर भी वो भरे ने। सिੱਖਾਂ ने उथे अपने पेट की पूर्ति दे लई कुछ बनाउण दा प्रबंध किया, कच्चा राशन इकट्ठा किया, चूल्हे उथे पकाए गए, राशन तैयार होंदा, लंगर पानी पकदा पिया। इन्ने समय नूं यहिया खान दा भरा उधरों लखपत राय ते उधरों रंधावे दे परिवार वाले आ के सिखां दे उत्ते इत्थे फिर हमला कर दे। कमसान दा इत्थे फिर युद्ध होया, आपस दे अंदर तलवारां खड़कियां। ਜਿਹੜੇ ਚੁੱਲ੍ਹਿਆਂ ਦੇ ਉੱਤੇ ਪਕਾਉਣ ਦੇ ਲਈ ਲੰਗਰ ਰੱਖਿਆ, ਉਹ ਉਸੇ ਤਰ੍ਹਾਂ ਚੁੱਲ੍ਹਿਆਂ ਦੇ ਉੱਤੇ ਪਿਆ ਰਿਹਾ, ਨਾ ਕਿਸੇ ਵਰਤਾਇਆ ਤੇ ਨਾ ਕਿਸੇ ਨੇ ਖਾਧਾ। ਉੱਥੇ ਆਪਸੀ ਭਾਰੀ ਫਿਰ ਟਕਰਾਅ ਹੋਇਆ। ਕਦੇ ਆਪਣੇ ਅੰਦਰ ਇਸ ਗੱਲ ਨੂੰ ਸੋਚ ਕੇ ਵੇਖੋ, ਜਿਨ੍ਹਾਂ ਨੂੰ ਖਾਣ ਲਈ ਕਈ ਦਿਨ ਹੋ ਗਏ ਕੁਝ ਨਾ ਮਿਲਿਆ ਹੋਵੇ ਤੇ ਮੁਗਲ ਮਾਰਨ ਦੇ ਲਈ ਮੌਤ ਦੇ ਫਰਿਸ਼ਤੇ ਬਣ ਕੇ ਪਿੱਛੇ ਪਿੱਛੇ ਤੁਰਦੇ ਹੋਣ, ਤੇ फिर भी वो गुरु दे प्यार करके लड़ी जाते ने। अंदरों वो केड़ी ताकत केड़ा जज्बा उन्हां नूं वो लड़न तो, उन्हां नूं वो पिछा हटन तो कदे भी वो मजबूर नहीं करदी। कवि इत्थे 4 कुछ सतरां लिखदा है, वो कहंदे जो आशिक हैं शहादत के वो जीना छोड़ देते हैं। कहंदे ने जिन्हां दे अंदर शहादत अपने आप नूं कुर्बान करन दा जज्बा होवे, वो फिर इस भावना नाल नहीं तुरदे असी जिउणे। वो कहने अपने आप नूं कुर्बान कीता गया। इत्थे फिर युद्ध होया भारी गिनती विच। इत्थों सिख अगां फिर जैतो भाई सुखा सिंह दे कोल जांदे आ। उत्थे जाके फिर ये सारी फौज लखपत राय दी, उधरों यहिया खान दा भरा, ये सारे पिछा परत आउंदे ने। इस भाई सुखा सिंह दे कोल जांदियां शरीरां दे उत्ते इन्ने कुछ शस्त्रां दे वार होए पए ने, मानो कि वो शरीर उन्हां शस्त्रां दे वारां नाल विन्ने पए ने। खून बाहां लत्तां उस खून दे नाल लथपथ होईयां पईयां ने। उत्थे काफी दिन फिर सिख रोके अपने इन्हां फट्टां दा उत्थे इलाज करदे ने, क्योंकि सिख कदे भी अपने अंदर दे जज्बे नूं हार दे। अंदर एक प्यार, अंदर एक प्रीत है। अज ये ओ घल्लू घर, छोटा घल्लू घर जिस दे संबंध विच आप सारे इत्थे बैठे हो, कानू वाण दी छंभ अंदर
1747 ਈਸਵੀ ਨੂੰ ਇਹ ਘੱਲੂਘਾਰਾ ਵਾਪਰਦਾ 17 ਮਈ ਨੂੰ, ਜਿਹੜਾ ਇਹ ਅੱਜ ਦਿਨ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ, ਜਿਨ੍ਹਾਂ ਨੇ ਆਪਣੇ ਅੰਦਰ ਜਜ਼ਬਾ ਭਰ ਕੇ, ਹੌਸਲਾ ਭਰ ਕੇ ਗੁਰੂ ਦੇ ਪਿਆਰ ਦੀ ਖਾਤਰ ਆਪਣੇ ਕਦਮ ਪਿਛਾ ਨਹੀਂ ਕੀਤੇ। ਜੰਗ ਲੜਦਿਆਂ ਆਪਣੇ ਕਦਮਾਂ ਨੂੰ ਉਹਨਾਂ ਅਗਾਂਹ ਹੀ ਵਧਾਇਆ। ਇਹੋ ਜਿਹੇ ਸਿੱਖ ਸਨ ਜਿਹੜੇ ਗੁਰੂ ਦੇ ਪਿਆਰ ਦੀ ਖਾਤਰ ਆਪਣਾ ਆਪ ਸਭ ਕੁਝ ਨਿਸ਼ਾਵਰ ਕਰ ਦਿੰਦੇ ਸਨ। ਸਤਿਗੁਰੂ ਰਹਿਮਤ ਕਿਰਪਾ ਬਖਸ਼ਿਸ਼ ਕਰਨ, ਸਾਡੇ ਅੰਦਰ ਵੀ ਇਹੋ ਜਿਹਾ ਜਜ਼ਬਾ, ਇਹੋ ਜਿਹਾ ਪਿਆਰ ਗੁਰੂ ਪ੍ਰਤੀ ਭਰਿਆ ਰਵੇ, ਤਾਂ ਕਿ